ਭਾਰਤੀ ਉਪਮਹਾਦੀਪ ਦੇ 500 ਸਾਲਾਂ ਦੇ ਇਤਿਹਾਸ ਦਾ ਇਹ ਇੱਕ ਬਹੁਤ ਹੀ ਖਾਸ ਐਕਸਪਲੇਨਰ ਹੈ। ਅੱਜ ਆਪਾਂ ਇੱਕ ਐਸੇ ਸਫ਼ਰ ਤੇ ਜਾ ਰਹੇ ਹਾਂ ਜੋ ਅਧਿਆਤਮਿਕ ਨੀਂਹ ਤੋਂ ਸ਼ੁਰੂ ਹੋ ਕੇ ਵੱਡੇ ਸੰਘਰਸ਼ਾਂ, ਸਾਮਰਾਜ ਦੀ ਸਥਾਪਨਾ ਅਤੇ ਆਧੁਨਿਕ ਰਾਜਨੀਤਿਕ ਏਕੀਕਰਨ ਤੱਕ ਪਹੁੰਚਦਾ ਹੈ। ਇਹ ਸਭ ਸੁਣਨ 'ਚ ਥੋੜਾ ਵੱਡਾ ਲੱਗਦਾ ਹੈ ਨਾ, ਪਰ ਆਓ ਇਸ ਨੂੰ ਬਹੁਤ ਹੀ ਸਪਸ਼ਟ ਅਤੇ ਦਿਲਚਸਪ ਤਰੀਕੇ ਨਾਲ ਸਮਝਦੇ ਹਾਂ। ਠੀਕ ਹੈ, ਆਓ ਸਿੱਧਾ ਇਸ ਵਿੱਚ ਡੂੰਘਾਈ ਨਾਲ ਜਾਈਏ। ਆਪਾਂ 5 ਅਹਿਮ ਦੌਰ ਕਵਰ ਕਰਨੇ ਨੇ: ਸਮਾਜਿਕ ਬਰਾਬਰੀ ਦੀਆਂ ਨੀਹਾਂ, ਵਿਰੋਧ ਅਤੇ ਗੁਰੀਲਾ ਰਣਨੀਤੀਆਂ, ਮਿਸਲਾਂ ਦਾ ਉਭਾਰ, ਰਣਨੀਤਿਕ ਸਰਹੱਦਾਂ ਦੀ ਸੁਰੱਖਿਆ ਅਤੇ ਅੰਤ ਵਿੱਚ ਮਾਡਰਨ ਰਾਜਨੀਤੀ ਏਕੀਕਰਨ। ਹੁਣ ਜ਼ਰਾ ਇਸ ਟਾਈਮਲਾਈਨ ਤੇ ਨਜ਼ਰ ਮਾਰੋ। ਇਹ ਇੱਕ ਕਿਸਮ ਦਾ ਰੋਡ ਮੈਪ ਹੈ। 1479 ਵਿੱਚ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਤੋਂ ਲੈ ਕੇ 1739 ਵਿੱਚ ਨਾਦਰ ਸ਼ਾਹ ਦਾ ਵਿਰੋਧ, 1783 ਦੀ ਦਿੱਲੀ ਫਤਹ, 1834 ਵਿੱਚ ਪੇਸ਼ਾਵਰ ਨੂੰ ਜਿੱਤਣਾ ਅਤੇ ਫਿਰ 1948 ਵਿੱਚ ਪੈਪਸੂ ਦਾ ਬਣਨਾ। ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਕਿਵੇਂ ਗੱਲ ਇੱਕ ਅਧਿਆਤਮਿਕ ਨੀਂਹ ਤੋਂ ਸ਼ੁਰੂ ਹੋ ਕੇ ਇੱਕ ਪੂਰੇ ਪ੍ਰਭੂ ਸੱਤਾ ਸੰਪੰਨ ਸਾਮਰਾਜ ਵਿੱਚ ਬਦਲੀ ਅਤੇ ਫਿਰ ਆਧੁਨਿਕ ਢਾਂਚੇ ਦਾ ਹਿੱਸਾ ਬਣ ਗਈ। ਤਾਂ ਸਭ ਤੋਂ ਪਹਿਲਾ ਪੜਾਅ ਸਮਾਜਿਕ ਬਰਾਬਰੀ ਦੀਆਂ ਨੀਹਾਂ। ਇਹ 15ਵੀਂ ਸਦੀ ਦਾ ਦੌਰ ਹੈ। ਇਹ ਸਾਰੀ ਕਹਾਣੀ 1479 ਵਿੱਚ ਬਾਸਰਕੇ ਵਿਖੇ ਤੀਜੇ ਸਿੱਖ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਤੋਂ ਸ਼ੁਰੂ ਹੁੰਦੀ ਹੈ। ਗੁਰੂ ਸਾਹਿਬ ਨੇ ਜਿਸ ਬਹੁਤ ਹੀ ਅਹਿਮ ਪ੍ਰਥਾ ਨੂੰ ਮਜ਼ਬੂਤ ਕੀਤਾ, ਉਹ ਸੀ ਲੰਗਰ। ਹੁਣ ਲੰਗਰ ਕੀ ਹੈ? ਇਹ ਇੱਕ ਐਸੀ ਪ੍ਰਥਾ ਹੈ ਜਿੱਥੇ ਹਰ ਕਿਸੇ ਨੂੰ ਬਿਨਾਂ ਕਿਸੇ ਜਾਤ-ਪਾਤ ਜਾਂ ਰੁਤਬੇ ਦੇ ਭੇਦਭਾਵ ਦੇ ਜ਼ਮੀਨ ਤੇ ਇਕੱਠੇ ਬੈਠ ਕੇ ਭੋਜਨ ਕਰਨਾ ਪੈਂਦਾ ਹੈ। ਹੁਣ ਜ਼ਰਾ ਸੋਚੋ, 15ਵੀਂ ਸਦੀ ਵਿੱਚ ਇਹ ਕਿੰਨਾ ਵੱਡਾ ਅਤੇ ਕ੍ਰਾਂਤੀਕਾਰੀ ਕਦਮ ਸੀ। ਇਸ ਇੱਕ ਛੋਟੀ ਜਿਹੀ ਜਾਪਦੀ ਸਰੀਰਕ ਕਿਰਿਆ ਨੇ ਪੂਰੇ ਭਾਈਚਾਰੇ ਅੰਦਰ ਇੱਕ ਬਹੁਤ ਹੀ ਡੂੰਘੀ ਏਕਤਾ ਪੈਦਾ ਕਰ ਦਿੱਤੀ। ਅਤੇ ਇਹ ਚੀਜ਼ ਬਹੁਤ ਹੀ ਕਮਾਲ ਤਰੀਕੇ ਨਾਲ ਦਰਸਾਉਂਦੀ ਹੈ ਕਿ ਕਿਵੇਂ ਪੰਗਤ ਯਾਨੀ ਜ਼ਮੀਨ ਤੇ ਇਕੱਠੇ ਬੈਠ ਕੇ ਲੰਗਰ ਛਕਣਾ ਅਤੇ ਸੰਗਤ ਯਾਨੀ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਆਪਸ ਵਿੱਚ ਜੁੜੇ ਹੋਏ ਸਨ। ਇਸ ਨਿਯਮ ਨੇ ਇੱਕ ਗੱਲ ਪੱਕੀ ਕਰ ਦਿੱਤੀ ਕਿ ਅਧਿਆਤਮਿਕਤਾ ਵੱਲ ਵਧਣ ਤੋਂ ਪਹਿਲਾਂ ਸਮਾਜਿਕ ਬਰਾਬਰੀ ਹੋਣਾ ਬਿਲਕੁਲ ਲਾਜ਼ਮੀ ਹੈ। ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨੇ ਵੀ ਉੱਚੇ ਰੁਤਬੇ ਵਾਲਾ ਕਿਉਂ ਨਾ ਹੋਵੇ, ਪੰਗਤ ਵਿੱਚ ਬੈਠੇ ਬਿਨਾਂ ਸੰਗਤ ਨਹੀਂ ਸੀ ਕਰ ਸਕਦਾ। ਇਹ ਵਾਕਈ ਇੱਕ ਗੇਮ ਚੇਂਜਰ ਸੀ। ਗੁਰੂ ਸਾਹਿਬ ਸਮਾਜਿਕ ਬਰਾਬਰੀ ਦੇ ਬਹੁਤ ਵੱਡੇ ਪੈਰੋਕਾਰ ਸਨ। ਉਨ੍ਹਾਂ ਦੇ ਸੁਧਾਰ ਸਿਰਫ ਲੰਗਰ ਤੱਕ ਸੀਮਿਤ ਨਹੀਂ ਰਹੇ। ਉਨ੍ਹਾਂ ਨੇ ਉਸ ਸਮੇਂ ਦੀ ਭਿਆਨਕ ਸਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ ਅਤੇ ਇਸ ਨੂੰ ਖਤਮ ਕਰਨ ਤੇ ਜ਼ੋਰ ਦਿੱਤਾ। ਨਾਲ ਹੀ ਵਿਧਵਾਵਾਂ ਦੇ ਪੁਨਰਵਿਆਹ ਨੂੰ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਨੰਦ ਸਾਹਿਬ ਦੀ ਰਚਨਾ ਕੀਤੀ, ਜੋ ਕਿ ਬ੍ਰਹਮ ਆਨੰਦ ਦੀ ਬਾਣੀ ਹੈ। ਇਹ ਬਾਣੀ ਅੱਜ ਵੀ ਸਿੱਖ ਰੀਤੀ ਰਿਵਾਜਾਂ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਅਤੇ ਉਨ੍ਹਾਂ ਦੀ ਇੱਕ ਬਹੁਤ ਵੱਡੀ ਸੱਭਿਆਚਾਰਕ ਵਿਰਾਸਤ ਹੈ। ਚਲੋ ਹੁਣ ਅੱਗੇ ਵਧਦੇ ਹਾਂ। ਦੂਜਾ ਪੜਾਅ ਵਿਰੋਧ ਅਤੇ ਗੁਰੀਲਾ ਰਣਨੀਤੀਆਂ, ਖਾਸ ਕਰਕੇ 1739 ਦਾ ਬਚਾਅ। ਇਤਿਹਾਸ ਦੇ ਇਸ ਦੌਰ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ। ਫਾਰਸੀ ਹਮਲਾਵਰ ਨਾਦਰ ਸ਼ਾਹ ਦਿੱਲੀ ਵਿੱਚ ਬਹੁਤ ਭਾਰੀ ਕਤਲੇਆਮ ਅਤੇ ਲੁੱਟਮਾਰ ਕਰਨ ਤੋਂ ਬਾਅਦ ਵਾਪਸ ਪਰਤ ਰਿਹਾ ਸੀ। ਇਤਿਹਾਸ ਦੱਸਦਾ ਹੈ ਕਿ ਉਹ ਆਪਣੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਬੰਦੀਆਂ ਦਾ ਕਾਫਲਾ ਅਤੇ ਬੇਅੰਤ ਲੁੱਟੀ ਹੋਈ ਦੌਲਤ ਲੈ ਕੇ ਪੰਜਾਬ ਦੇ ਖੇਤਰ ਵਿੱਚੋਂ ਲੰਘ ਰਿਹਾ ਸੀ। ਇਹ ਸਥਿਤੀ ਅਸਲ ਵਿੱਚ ਬਹੁਤ ਹੀ ਖਤਰਨਾਕ ਅਤੇ ਨਾਜ਼ੁਕ ਸੀ। ਹਜ਼ਾਰਾਂ, ਇਹ ਕੋਈ ਛੋਟਾ-ਮੋਟਾ ਅੰਕੜਾ ਨਹੀਂ ਹੈ। ਇਹ ਗਿਣਤੀ ਉਨ੍ਹਾਂ ਬੰਦੀ ਬਣਾਈਆਂ ਗਈਆਂ ਹਿੰਦੂ ਔਰਤਾਂ ਦੀ ਹੈ ਜੋ ਨਾਦਰ ਸ਼ਾਹ ਦੇ ਐਸੇ ਵਾਪਸ ਜਾ ਰਹੇ ਕਾਫਲੇ ਦਾ ਹਿੱਸਾ ਸਨ। ਇਹ ਗਿਣਤੀ ਆਪਣੇ ਆਪ ਵਿੱਚ ਉਸ ਸਮੇਂ ਦੇ ਸੰਕਟ ਅਤੇ ਜ਼ੁਲਮ ਦੀ ਗੰਭੀਰਤਾ ਨੂੰ ਬਿਆਨ ਕਰਦੀ ਹੈ। ਇਸ ਭਿਆਨਕ ਸੰਕਟ ਵੇਲੇ ਸਿੱਖ ਜਥਿਆਂ ਨੇ ਚੁੱਪ ਕਰਕੇ ਬੈਠਣ ਦੀ ਬਜਾਏ ਕਾਰਵਾਈ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਉਨ੍ਹਾਂ ਦੀ ਗਿਣਤੀ ਹਮਲਾਵਰਾਂ ਦੇ ਮੁਕਾਬਲੇ ਕੁਝ ਵੀ ਨਹੀਂ ਸੀ, ਪਰ ਉਨ੍ਹਾਂ ਨੇ ਪੰਜਾਬ ਦੇ ਸੰਘਣੇ ਜੰਗਲਾਂ ਅਤੇ ਉੱਚੀਆਂ ਪਹਾੜੀਆਂ ਦਾ ਪੂਰਾ ਫਾਇਦਾ ਲਿਆ। ਉਨ੍ਹਾਂ ਨੇ ਗੁਰੀਲਾ ਰਣਨੀਤੀਆਂ ਵਰਤੀਆਂ ਅਤੇ ਦੁਸ਼ਮਣ ਦੇ ਕਾਫਲੇ ਦੇ ਪਿਛਲੇ ਹਿੱਸੇ ਤੇ ਬਿਲਕੁਲ ਬਿਜਲੀ ਦੀ ਤੇਜ਼ੀ ਨਾਲ ਅਚਾਨਕ ਹਮਲੇ ਕੀਤੇ। ਇੱਥੇ ਭੂਗੋਲਿਕ ਸਥਿਤੀ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਹਥਿਆਰ ਬਣ ਗਈ ਸੀ। ਅਤੇ ਇਨ੍ਹਾਂ ਹਮਲਿਆਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਉਨ੍ਹਾਂ ਨੇ ਨਾ ਸਿਰਫ ਹਜ਼ਾਰਾਂ ਬੰਦੀ ਔਰਤਾਂ ਨੂੰ ਆਜ਼ਾਦ ਕਰਾਇਆ, ਸਗੋਂ ਉਸ ਲੁੱਟੇ ਹੋਏ ਖਜ਼ਾਨੇ ਦਾ ਇੱਕ ਬਹੁਤ ਵੱਡਾ ਹਿੱਸਾ ਵੀ ਵਾਪਸ ਖੋਲਿਆ। ਅਤੇ ਸਭ ਤੋਂ ਕਮਾਲ ਦੀ ਗੱਲ ਸੁਣੋ, ਉਨ੍ਹਾਂ ਨੇ ਇਹ ਦੌਲਤ ਆਪਣੇ ਕੋਲ ਨਹੀਂ ਰੱਖੀ, ਸਗੋਂ ਸਥਾਨਿਕ ਲੋਕਾਂ ਨੂੰ ਵਾਪਸ ਕਰ ਦਿੱਤੀ। ਇਹ ਬਿਲਕੁਲ ਉਸੇ ਭਾਈਚਾਰਕ ਸੁਰੱਖਿਆ ਅਤੇ ਬਰਾਬਰੀ ਦੀ ਭਾਵਨਾ ਦਾ ਅਗਲਾ ਪੜਾਅ ਸੀ ਜਿਸ ਦੀ ਨੀਂਹ ਪਿਛਲੀ ਸਦੀ ਵਿੱਚ ਰੱਖੀ ਗਈ ਸੀ। ਹੁਣ ਆਪਾਂ ਆਉਂਦੇ ਹਾਂ ਤੀਜੇ ਪੜਾਅ ਤੇ, ਮਿਸਲਾਂ ਦਾ ਉਭਾਰ, 18ਵੀਂ ਸਦੀ ਦੀ ਅਗਵਾਈ ਦਾ ਸਮਾਂ। ਇਸ ਸਮੇਂ ਦੌਰਾਨ ਕਈ ਪ੍ਰਮੁੱਖ ਆਗੂ ਉੱਭਰ ਕੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਇੱਕ ਬਹੁਤ ਹੀ ਅਹਿਮ ਨਾਮ ਹੈ ਸਰਦਾਰ ਜੱਸਾ ਸਿੰਘ ਜੀ ਦਾ, ਜਿਨ੍ਹਾਂ ਦਾ ਜਨਮ 1723 ਵਿੱਚ ਹੋਇਆ ਸੀ।
ਇੱਕ ਬਿਹਤਰੀਨ ਕਮਾਂਡਰ ਵਜੋਂ ਉਹਨਾਂ ਨੇ ਅੰਮ੍ਰਿਤਸਰ ਵਿੱਚ ਇੱਕ ਕੱਚੇ ਕਿਲੇ ਦੀ ਦੁਬਾਰਾ ਉਸਾਰੀ ਕਰਵਾਈ ਅਤੇ ਇਸ ਨੂੰ ਨਾਮ ਦਿੱਤਾ ਰਾਮਗੜ੍ਹ, ਯਾਨੀ ਰੱਬ ਦਾ ਕਿਲਾ। ਇਸੇ ਮਜ਼ਬੂਤ ਕਿਲੇ ਤੋਂ ਹੀ ਉਹਨਾਂ ਦੀ ਮਿਸਲ ਦਾ ਨਾਮ ਰਾਮਗੜੀਆ ਮਿਸਲ ਪੈ ਗਿਆ। ਇਹ ਸਿਰਫ ਇੱਕ ਇਮਾਰਤ ਨਹੀਂ ਸੀ, ਇਹ ਉਹਨਾਂ ਦੀ ਵੱਧਦੀ ਹੋਈ ਫੌਜੀ ਤਾਕਤ ਦਾ ਇੱਕ ਬਹੁਤ ਵੱਡਾ ਪ੍ਰਤੀਕ ਸੀ। ਅਤੇ ਇਹ ਤਾਕਤ ਆਪਣੇ ਸਿਖਰ ਤੇ ਕਦੋਂ ਪਹੁੰਚੀ? 1783 ਵਿੱਚ, ਜਦੋਂ ਮੁੱਖ ਸਿੱਖ ਆਗੂ ਦਿੱਲੀ ਵਿੱਚ ਦਾਖਲ ਹੋਏ। ਉਨ੍ਹਾਂ ਨੇ ਹੋਰ ਸਿੱਖ ਮਿਸਲਾਂ ਨਾਲ ਮਿਲ ਕੇ ਸਿੱਧਾ ਲਾਲ ਕਿਲੇ ਤੇ ਕਬਜ਼ਾ ਕਰ ਲਿਆ। ਇਸ ਦੌਰਾਨ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ। ਉਨ੍ਹਾਂ ਨੇ ਮੁਗਲ ਤਖਤ ਦੀ ਇੱਕ ਵੱਡੀ ਪੱਥਰ ਦੀ ਸਲੈਬ ਉੱਥੋਂ ਪੁੱਟੀ ਅਤੇ ਉਸ ਨੂੰ ਅੰਮ੍ਰਿਤਸਰ ਦੇ ਰਾਮਗੜੀਆ ਬੁੰਗੇ ਵਿੱਚ ਲਿਆ ਕੇ ਸਥਾਪਿਤ ਕਰ ਦਿੱਤਾ। ਇਹ ਕੋਈ ਛੋਟੀ ਗੱਲ ਨਹੀਂ ਸੀ, ਇਹ ਸਿੱਧੇ ਤੌਰ ਤੇ ਸੱਤਾ ਬਦਲਣ ਦਾ ਇੱਕ ਬਹੁਤ ਹੀ ਦਲੇਰਾਨਾ ਅਤੇ ਪ੍ਰਤੀਕਾਤਮਕ ਕਦਮ ਸੀ। ਚਲੋ, ਇਸ ਤੋਂ ਬਾਅਦ ਚੌਥਾ ਪੜਾਅ ਆਉਂਦਾ ਹੈ ਰਣਨੀਤਿਕ ਸਰਹੱਦਾਂ ਦੀ ਸੁਰੱਖਿਆ, 1834 ਦੀ ਮੁਹਿੰਮ। ਇਹ 19ਵੀਂ ਸਦੀ ਦਾ ਉਹ ਦੌਰ ਆ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਸਾਮਰਾਜ ਆਪਣੇ ਬਿਲਕੁਲ ਸਿਖਰਾਂ ਤੇ ਸੀ। ਹੁਣ ਇੱਥੇ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਇੱਕ ਪਾਸੇ ਸਾਡੇ ਕੋਲ ਲੀਡਰਸ਼ਿਪ ਹੈ, ਨੌਜਵਾਨ ਕੰਵਰ ਨੌਨਿਹਾਲ ਸਿੰਘ ਅਤੇ ਮਹਾਨ ਜਨਰਲ ਹਰੀ ਸਿੰਘ ਨਲੂਆ ਵਰਗੇ ਸੂਰਵੀਰਾਂ ਦੀ, ਅਤੇ ਦੂਜੇ ਪਾਸੇ ਹੈ ਇਸ ਦਾ ਰਣਨੀਤਿਕ ਨਤੀਜਾ। ਇਨ੍ਹਾਂ ਦੀ ਅਗਵਾਈ ਵਿੱਚ ਖਾਲਸਾ ਫੌਜ ਨੇ ਪੇਸ਼ਾਵਰ ਨੂੰ ਫਤਿਹ ਕਰ ਲਿਆ ਅਤੇ ਭਾਰਤੀ ਖੇਤਰ ਵਿੱਚ ਸਦੀਆਂ ਤੋਂ ਹੁੰਦੀ ਆ ਰਹੀ ਅਫਗਾਨ ਘੁਸਪੈਠ ਦਾ ਹਮੇਸ਼ਾ ਲਈ ਅੰਤ ਕਰ ਦਿੱਤਾ। ਇਹ ਵਾਕਈ ਇਤਿਹਾਸ ਦਾ ਰੁਖ ਮੋੜਨ ਵਾਲੀ ਘਟਨਾ ਸੀ। ਭੂਗੋਲਿਕ ਪੱਖੋਂ ਜੇ ਦੇਖੀਏ ਤਾਂ ਇਸ ਜਿੱਤ ਦੀ ਅਹਿਮੀਅਤ ਬਹੁਤ ਜ਼ਿਆਦਾ ਸੀ। ਸਿੱਖ ਸਾਮਰਾਜ ਦੀ ਸਰਹੱਦ ਹੁਣ ਫੈਲ ਕੇ ਜਮਰੌਦ ਵਿਖੇ ਖੈਬਰ ਦਰੇ ਦੇ ਮੂੰਹ ਤੱਕ ਪਹੁੰਚ ਚੁੱਕੀ ਸੀ। ਇਹ ਉਸ ਯੁੱਗ ਦੀ ਫੌਜੀ ਤਾਕਤ ਦਾ ਐਸਾ ਸਿਖਰ ਸੀ ਕਿ ਉਨ੍ਹਾਂ ਨੇ ਉਹ ਰਸਤਾ ਹੀ ਬੰਦ ਕਰ ਦਿੱਤਾ ਜਿੱਥੋਂ ਪਿਛਲੀਆਂ ਕਈ ਸਦੀਆਂ ਤੋਂ ਵਿਦੇਸ਼ੀ ਹਮਲਾਵਰ ਭਾਰਤ ਵਿੱਚ ਦਾਖਲ ਹੁੰਦੇ ਰਹੇ ਸਨ। ਅਤੇ ਹੁਣ ਸਾਡਾ ਪੰਜਵਾਂ ਅਤੇ ਆਖਰੀ ਪੜਾਅ, ਆਧੁਨਿਕ ਰਾਜਨੀਤਿਕ ਏਕੀਕਰਨ, ਯਾਨੀ ਆਜ਼ਾਦੀ ਤੋਂ ਬਾਅਦ ਦਾ ਦੌਰ। ਇੱਕ ਵਿਸ਼ਾਲ ਸੁਤੰਤਰ ਸਾਮਰਾਜ ਤੋਂ ਆਧੁਨਿਕ ਪ੍ਰਸ਼ਾਸਨਿਕੀ ਢਾਂਚੇ ਵੱਲ ਵਧਦੇ ਹੋਏ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਕ ਬਹੁਤ ਵੱਡਾ ਮੀਲ ਪੱਥਰ ਆਇਆ, ਪੈਪਸੂ (PEPSU) ਦਾ ਗਠਨ। ਪੈਪਸੂ ਯਾਨੀ ਕਿ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ, ਜਿਸ ਦਾ ਰਸਮੀ ਉਦਘਾਟਨ 1948 ਵਿੱਚ ਕੀਤਾ ਗਿਆ। ਇਹ ਨਵੇਂ ਆਜ਼ਾਦ ਹੋਏ ਭਾਰਤ ਦੇ ਅੰਦਰ ਵੱਖ-ਵੱਖ ਰਿਆਸਤਾਂ ਨੂੰ ਇਕੱਠਾ ਕਰਨ ਦਾ ਇੱਕ ਬਹੁਤ ਹੀ ਵੱਡਾ ਅਤੇ ਅਹਿਮ ਉਪਰਾਲਾ ਸੀ। ਹੁਣ ਇਸ ਵਿੱਚ ਸਭ ਤੋਂ ਦਿਲਚਸਪ ਗੱਲ ਕੀ ਹੈ? ਉਹ ਇਹ ਕਿ ਇਹਨਾਂ 8 ਵੱਖ-ਵੱਖ ਰਿਆਸਤਾਂ ਨੇ ਮਿਲ ਕੇ ਇਹ ਨਵੀਂ ਇਕਾਈ ਬਣਾਈ ਸੀ। ਇਹ ਰਿਆਸਤਾਂ ਸਨ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਫਰੀਦਕੋਟ, ਕਲਸੀਆ, ਮਲੇਰਕੋਟਲਾ ਅਤੇ ਨਾਲਾਗੜ੍ਹ। ਸੋਚ ਕੇ ਦੇਖੋ, ਅਲੱਗ-ਅਲੱਗ ਇਤਿਹਾਸ ਵਾਲੀਆਂ ਇਹ ਰਿਆਸਤਾਂ ਹੁਣ ਇੱਕ ਸਾਂਝੇ ਪ੍ਰਸ਼ਾਸਨਿਕ ਢਾਂਚੇ ਦੇ ਹੇਠਾਂ ਇਕੱਠੀਆਂ ਹੋ ਰਹੀਆਂ ਸਨ। ਆਪਣੇ ਇਸ ਕਾਲਕ੍ਰਮ ਨੂੰ ਪੂਰਾ ਕਰਦੇ ਹੋਏ ਆਪਾਂ ਦੇਖਦੇ ਹਾਂ ਕਿ ਪੈਪਸੂ 1956 ਤੱਕ ਭਾਰਤ ਦੇ ਅੰਦਰ ਇੱਕ ਵੱਖਰੇ ਰਾਜ ਵਜੋਂ ਆਪਣੀ ਹੋਂਦ ਬਣਾਈ ਰੱਖਦਾ ਹੈ। ਪਰ ਉਸ ਤੋਂ ਬਾਅਦ ਰਾਜ ਪੁਨਰਗਠਨ ਐਕਟ ਦੇ ਤਹਿਤ ਇਸ ਨੂੰ ਆਧੁਨਿਕ ਪੰਜਾਬ ਵਿੱਚ ਮਿਲਾ ਦਿੱਤਾ ਗਿਆ। ਇੱਥੇ ਆ ਕੇ ਇਨ੍ਹਾਂ ਸ਼ਾਹੀ ਰਿਆਸਤਾਂ ਦਾ ਸਫ਼ਰ ਮੌਜੂਦਾ ਲੋਕਤੰਤਰੀ ਢਾਂਚੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਲੀਨ ਹੋ ਜਾਂਦਾ ਹੈ। ਇਹ ਸਾਰਾ ਸਫ਼ਰ ਅੰਤ ਵਿੱਚ ਸਾਡੇ ਸਾਹਮਣੇ ਇੱਕ ਬਹੁਤ ਹੀ ਡੂੰਘਾ ਸਵਾਲ ਖੜਾ ਕਰਦਾ ਹੈ। ਕਿਵੇਂ 500 ਸਾਲਾਂ ਦੀ ਇਹ ਫੌਜੀ ਲਚਕਤਾ ਅਤੇ ਸਮਾਜਿਕ ਸੁਧਾਰ ਅੱਜ ਦੀ ਇੱਕ ਆਧੁਨਿਕ ਪਛਾਣ ਨੂੰ ਰੂਪ ਦਿੰਦੇ ਹਨ? 1479 ਦੀਆਂ ਸਮਾਜਿਕ ਨੀਹਾਂ ਤੋਂ ਲੈ ਕੇ 1956 ਦੇ ਇਸ ਰਾਜਨੀਤਿਕ ਏਕੀਕਰਨ ਤੱਕ ਦਾ ਇਹ ਸਾਰਾ ਇਤਿਹਾਸਿਕ ਸਫ਼ਰ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਸਾਡਾ ਅਤੀਤ ਸਾਡੇ ਅੱਜ ਨੂੰ ਕਿਵੇਂ ਅਤੇ ਕਿੰਨਾ ਪ੍ਰਭਾਵਿਤ ਕਰਦਾ ਹੈ। ਇਸ ਬਾਰੇ ਜ਼ਰੂਰ ਵਿਚਾਰ ਕਰਿਓ। ਸਾਡੇ ਅੱਜ ਦੇ ਇਸ ਐਕਸਪਲੇਨਰ ਵਿੱਚ ਬਸ ਇੰਨਾ ਹੀ। ਇਸ ਕਮਾਲ ਦੇ ਇਤਿਹਾਸਿਕ ਸਫ਼ਰ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।